ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪੰਜਵਾ। ਉਦਮ ਕਰ ਹਰ ਜਪਨਾ ਵਡ ਭਾਗੀ ਤਨ ਖਾਟ। ਸੰਤ ਸੰਗ ਹਰ ਸਿਮਰਨ ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ। ਸਭ ਚੁਕੈ ਸੋਗ ਸੰਤਾਪ ਰਹਾਉ। ਮਨ ਇੱਛੇ ਫਲ ਪੁੰਚ ਤੂੰ, ਸਭ ਚੁਕੈ ਸੋਗ ਸੰਤਾਪ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾਰੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਲਾ ਪੰਜਵਾ। ਉਦਮ ਕਰ ਹਰ ਜਪਨਾ ਬੜ ਭਾਗੀ ਤਨ ਖਾਟ। ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ। ਸਭ ਚੁਕੈ ਸੋਗ ਸੰਤਾਪ ਰਹਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਛਤਰ ਚਵਰ ਤਖਤ ਦੇ ਮਾਲਕ ਹਲਤ ਪਲਟ ਕੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 48 ਉੱਪਰ ਦੂਸਰਾ ਸ਼ਬਦ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਬਚਨਾਂ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਪਿਛਲੇ ਲੜੀ ਦੇ ਸ਼ਬਦਾਂ ਮੁਤਾਬਕ ਨਾਮ ਦੀ ਮਹਿਮਾ ਸਤਿਗੁਰੂ ਪਾਤਸ਼ਾਹ ਦੱਸ ਰਹੇ ਸੀ ਔਰ ਪਿਛਲੇ ਸ਼ਬਦ ਵਿੱਚ ਕਹਿ ਰਹੇ ਸੀ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲੈ ਲਈ ਉਹਨਾਂ ਤੇ ਗੁਰੂ ਵੀ ਕਿਰਪਾ ਕਰਦਾ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ ਹੈ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਵੀ ਹੁੰਦੀ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਦੋ ਹੋ ਕੇ ਵੀ ਇੱਕ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਪਰਮੇਸ਼ਰ ਇੱਕ ਹੋ ਕੇ ਕੁਦਰਤ ਵਿੱਚ ਵਸਿਆ ਹੋਇਆ। ਜਿੱਥੇ ਪਰਮੇਸ਼ਰ ਸੂਖਮ ਹਸਤੀ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਉੱਥੇ ਪਰਮੇਸ਼ਰ ਦਾ ਦੂਜਾ ਰੂਪ ਗੁਰੂ ਮਾਤ ਲੋਕ ਵਿੱਚ ਸਾਡੇ ਕੋਲ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹ ਨਿਰਗੁਣ ਸਰੂਪ ਪਰਮੇਸ਼ਰ
ਸਰਗੁਣ ਹੋ ਕੇ ਗੁਰੂ ਬਣ ਕੇ ਦੁਨੀਆ ਵਿੱਚ ਆਇਆ। ਪਰਮੇਸ਼ਰ ਪਾਰ ਬ੍ਰਹਮ ਹੈ ਤੇ ਗੁਰੂ ਨਾਨਕ ਗੁਰ ਬ੍ਰਹਮ ਹੈ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਪਵਿੱਤਰ ਬਚਨਾਂ ਰਾਹੀਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੱਸ ਰਹੇ ਸੀ ਕਿ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕੀਤਾ, ਜਿਨ੍ਹਾਂ ਨੇ ਗੁਰੂ ਨੂੰ ਮਿਲਣਾ ਕੀਤਾ, ਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ ਕਿ ਉਪਦੇਸ਼ ਦਿੱਤਾ, ਗਿਆਨ ਦਿੱਤਾ, ਬਖਸ਼ਿਸ਼ ਕੀਤੀ। ਸਤਿਗੁਰ ਕੈ ਉਪਦੇਸ਼ਿਆ ਬਿਨਸੇ ਸਰਬ ਜੰਜਾਲ। ਸੰਸਾਰ ਦੇ ਬੰਧਨ ਤੋੜ ਦਿੱਤੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਰਾਜਿਆਂ ਨੂੰ ਕੱਢ ਕੇ ਲਿਆਂਦਾ, ਉਹਨਾਂ ਦੇ ਬੰਧਨ ਤੋੜ ਦਿੱਤੇ। ਇਹ ਪ੍ਰਤੱਖ ਉਦਾਹਰਨ ਹੈ। ਇਸੇ ਤਰ੍ਹਾਂ ਜਿਹੜੇ ਸੂਖਮ ਬੰਧਨ ਹਨ, ਭਰਮਾਂ ਭੁਲੇਖਿਆਂ ਦੇ, ਵਹਿਮਾਂ ਦੇ, ਡਰਾਂ ਦੇ, ਇਸ ਭਵ ਸਾਗਰ ਵਿੱਚ ਅਸੀਂ ਘੁੰਮ ਰਹੇ ਹਾਂ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਸੰਸਾਰ ਇੱਕ ਡਰਾਂ ਦਾ ਸਾਗਰ ਹੈ ਔਰ ਇਸ ਦੇ ਵਿੱਚ ਅਸੀਂ ਉਤਰੇ ਹੋਏ ਹਾਂ, ਜਿਹਦੇ ਵਿੱਚ ਜਿਹੜਾ ਪਾਣੀ ਹੈ ਸਾਗਰ ਦੇ ਵਿੱਚ ਅੱਗ ਦਾ ਹੈ। ਅੱਗ ਕਿਹੜੀ? ਆਸ਼ਾ ਤ੍ਰਿਸ਼ਨਾ ਭੱਜ ਦੌੜ ਦੂਈ ਦਵੈਤ ਮੋਹ ਮਮਤਾ, ਇਹ ਅੱਗਾਂ ਹਨ। ਔਰ ਪਾਣੀ ਦੇ ਥੱਲੇ ਗਾਰ ਹੁੰਦੀ ਹੈ। ਇਹਦੇ ਵਿੱਚ ਗਾਰ ਕਿਹੜੀ ਹੈ? ਮੋਹ ਪੰਕ, ਮੋਹ ਰੂਪੀ ਚਿੱਕੜ। ਚਿੱਕੜ ਵਿੱਚ ਪੈਰ ਫਸੇ ਹੁੰਦੇ ਆ ਤੇ ਸਾਡਾ ਜਿਹੜਾ ਸੋਚ ਹੈ ਉਹ ਬੱਚਿਆਂ ਦੇ, ਧੀਆਂ ਪੁੱਤਰਾਂ ਦੇ, ਸੰਪਤੀ ਦੇ ਮੋਹ ਵਿੱਚ ਫਸੀ ਹੋਈ ਹੈ। ਇਹ ਮੋਹ ਰੂਪੀ ਚਿੱਕੜ ਹੈ। ਮੋਹ ਪੰਕ ਜੋ ਹਮ ਦੇਖਾ ਤਹਿ ਡੂਬੀ ਹਲੇ। ਬਾਬਾ ਨਾਨਕ ਜੀ ਕਹਿੰਦੇ ਮੈਂ ਦੇਖ ਰਿਹਾ ਦੁਨੀਆ ਮੋਹ ਦੇ ਚਿੱਕੜ ਵਿੱਚ ਫਸੀ ਹੋਈ ਆ। ਕਾਰਨ ਇਹ ਚੋਂ ਨਿਕਲਣ ਦਾ ਇੱਕੋ ਜੁਗਤ ਹੈ, ਉਹ ਇਹ ਵਰਤਦਾ ਨਹੀਂ। ਮਨ ਏਕ ਨਾ ਚੇਤ ਸਮੂੜ ਮਣਾ, ਪਰਮੇਸ਼ਰ ਨਾਲ ਨਹੀਂ ਜੁੜਦਾ ਤਾਂਹੀਓ ਫਸਿਆ ਹੋਇਆ। ਕੋ ਸਤਨਾਮ ਸ੍ਰੀ ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਹਰੀ ਨੂੰ ਭੁਲਾਉਣ ਕਰਕੇ, ਹਰੀ ਨੂੰ ਵਿਸਾਰਨ ਕਰਕੇ ਜਿਹੜੇ ਇਹ ਗੁਣ ਲੈ ਕੇ ਆਇਆ ਸੀ, ਜਪ ਤਪ ਸਤ ਸੰਤੋਖ ਚਾਰ ਪਦਾਰਥ ਲੈ ਜਗ ਆਇਆ। ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਸ਼ਿਵ ਸ਼ਕਤੀ, ਸ਼ਿਵ ਪਰਮੇਸ਼ਰ ਹੈ, ਸ਼ਕਤੀ ਹੈ ਉਹਦੀ ਕੁਦਰਤ ਮਾਇਆ, ਇਹ ਉਹਦੀ ਅਰਧੰਗਣੀ ਹੈ। ਚਾਰ ਪਦਾਰਥ ਲੈ ਜਗ ਆਇਆ। ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜ ਹਾਰੇ। ਜੇ ਇਹਨਾਂ ਚਾਰਾਂ ਗੁਣਾਂ ਚੋਂ ਇੱਕ ਵੀ ਛੱਡ ਦੇਵੇ ਤੇ ਮਨੁੱਖਾ ਜੀਵਨ ਹਾਰ ਕੇ ਜਾਵੇਗਾ। ਪਰ ਇਹਨੇ ਤਾਂ ਇੱਕ ਸ਼੍ਰੋਮਣੀ ਵਸਤੂ ਛੱਡ ਦਿੱਤੀ। ਅੰਧਲੇ ਨਾਮ ਵਿਸਾਰਾ ਹੈ। ਮੂਰਖ ਨੇ ਨਾਮ ਹੀ ਛੱਡ ਦਿੱਤਾ। ਕੋ ਸਤਨਾਮ ਸ੍ਰੀ। ਇਸ ਕਰਕੇ ਜੇ ਨਾਮ ਨਾਲ ਜੁੜ ਜਾਵੇ ਤੇ ਉਹ ਚਾਰੇ ਗੁਣ ਵੀ ਇਹਦੇ ਨਾਲ ਰਹਿਣਗੇ। ਜਦੋਂ ਨਾਮ ਨੂੰ ਛੱਡ ਗਿਆ, ਧਰਮ ਨੂੰ ਛੱਡ ਗਿਆ, ਸਿੱਖੀ ਨੂੰ ਛੱਡ ਗਿਆ, ਪਰਮੇਸ਼ਰ ਨੂੰ ਭੁਲਾ ਦਿੱਤਾ, ਫਿਰ ਸਾਰੇ ਔਗਣ। ਸਿਆਣਿਆਂ ਦੀ ਕਹਾਵਤ ਹੈ ਕਿ ਸ਼ਰਾਬ ਹੈ ਜਿਹੜੀ ਇਹ ਔਗਣਾਂ ਦੀ ਨਾਨੀ ਆ। ਇਹਦੇ ਵਿੱਚੋਂ ਸਾਰੇ ਔਗਣ ਪੈਦਾ ਹੋ ਜਾਂਦੇ ਆ। ਤੇ ਧਰਮ ਜਿਹੜਾ ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਕੇ ਰੱਖਦਾ। ਨਾਮ ਜਪਣ ਵਾਲਾ ਇਹਨਾਂ ਔਗਣਾਂ ਨੂੰ ਵਰਤਦਾ ਨਹੀਂ, ਤਾਂ ਤੇ ਗੁਣ ਬਣੇ ਰਹਿੰਦੇ ਆ। ਪਰ ਗੁਣੇ ਬਣੇ ਰਹਿਣ ਕਾਹਦੇ ਨਾਲ? ਉਹ ਨਾਮ, ਤੇ ਨੇ ਨਾਮ ਹੀ ਛੱਡ ਦਿੱਤਾ ਹੈ। ਚਾਰ ਪਦਾਰਥ ਲੈ ਜਗ ਆਇਆ। ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜ ਹਾਰੇ। ਅੰਧਲੇ ਨਾਮ ਵਿਸਾਰਾ ਹੈ। ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਕੋਈ ਬਚਪਨ ਵਿੱਚ ਮਰ ਗਿਆ, ਕੋਈ ਵੱਡਾ ਹੋ ਕੇ ਮਰ ਗਿਆ, ਕਿਸੇ ਵੱਡੇ ਦਾ ਛੋਟਾ ਬੱਚਾ ਮਰ ਗਿਆ, ਉਹ ਰੋਂਦਾ ਹਾਏ ਮੇਰਾ ਬੱਚਾ, ਹਾਏ ਮੇਰਾ ਬੱਚਾ।
ਜਿਨ ਦੀਆ ਤਿਸੇ ਨ ਜਾਣੇ ਮੂੜਾ। ਜਿਹਨੇ ਦਿੱਤਾ ਸੀ ਉਹਦਾ ਸ਼ੁਕਰੀਆ ਨਹੀਂ ਕੀਤਾ ਕਦੇ। ਕਹੋ ਸਤਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਭਲਿਓ, ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲੈ ਲਈ ਉਹਨਾਂ ਤੇ ਗੁਰੂ ਕਿਰਪਾ ਕਰਦਾ ਹੈ। ਜਦ ਗੁਰੂ ਕਿਰਪਾ ਕਰਦਾ ਹੈ, ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਫਿਰ ਜੀਵ ਦੇ ਹਿਰਦੇ ਵਿੱਚ ਰਾਮ ਦੇ ਨਾਮ ਦੀ ਦਾਤ ਰੱਖ ਦਿੰਦਾ ਹੈ ਤੇ ਜੀਵ ਨੂੰ ਨਜ਼ਰੀ ਨਜ਼ਰ ਨਿਹਾਲ ਕਰ ਦਿੰਦਾ ਹੈ। ਹੁਣ ਅਗਲਾ ਸ਼ਬਦ ਅੱਜ ਇਸੇ ਵਿਸ਼ ਲੜੀ ਨਾਲ ਜੁੜਦਾ ਹੋਇਆ ਸਤਿਗੁਰੂ ਆਰੰਭ ਕਰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾ ਫਿਰ ਗਾਈਡ ਕਰਦੇ ਆ ਸਾਨੂੰ। ਉਦਮ ਕਰ ਹਰ ਜਾਪਣਾ, ਤਾਂ ਤੇ ਉਦਮ ਕਰਿਆ ਕਰ, ਸਿਮਰਿਆ ਕਰ ਭਲਿਆ। ਉਦਮ ਕਰੇਂਦੇ ਆ ਜੀਓ ਤੂੰ। ਆ ਕਮਰੇ ਵਾਸਤੇ, ਨੌਕਰੀ ਵਾਸਤੇ ਵੀ ਤਾਂ ਉਦਮ ਕਰਦੇ ਹੀ ਆ ਨਾ। ਜਿਹੜੇ ਬੰਦੇ ਨੌਕਰੀ ਤੇ ਜਾਂਦੇ ਆ, ਟਾਈਮ ਫਿਕਸ ਹੈ, 9 ਵਜੇ ਹਾਜ਼ਰ ਹੋਣਾ ਹੈ, ਤੇ ਕੀ ਉਹ 9 ਵਜੇ ਤੋਂ ਪਹਿਲਾਂ ਉੱਠ ਕੇ ਉਦਮ ਕਰਕੇ ਤਿਆਰ ਨਹੀਂ ਹੁੰਦੇ? ਜੇ ਨਾ ਤਿਆਰ ਹੋਣ ਤੇ ਅਗਲਿਆਂ ਨੇ ਨੌਕਰੀ ਚੋਂ ਕੱਢ ਦੇਣਾ। ਕਹੋ ਸਤਨਾਮ ਸ੍ਰੀ। ਉਹ ਚੀਜ਼ ਸਾਨੂੰ ਦਿਖਾਈ ਦਿੰਦੀ ਹੈ ਵੀ ਡਿਊਟੀ ਤੇ ਟਾਈਮ ਤੇ ਜਾਣਾ ਹੈ, ਪਰ ਇਹ ਚੀਜ਼ ਸਾਨੂੰ ਦਿਖਾਈ ਨਹੀਂ ਦਿੰਦੀ ਕਿ ਮਨੁੱਖਾ ਜੀਵਨ ਨਾਮ ਜਪਣ ਵਾਸਤੇ ਮਿਲਿਆ ਸੀ, ਇਹਦਾ ਵੀ ਟਾਈਮ ਫਿਕਸ ਕਰੀਏ। ਇਹਦਾ ਕੋਈ ਟਾਈਮ ਫਿਕਸ ਨਹੀਂ ਗਾ। ਜਦੋਂ ਜੀ ਕੀਤਾ ਕਰ ਲਿਆ, ਨਹੀਂ ਤਾਂ ਨਾ ਸੀ, ਕੋਈ ਗੱਲ ਨਹੀਂ, ਕੱਲ੍ਹ ਨੂੰ ਕਰ ਲਾਂਗੇ। ਕਹੋ ਸਤਨਾਮ ਸ੍ਰੀ। ਇਹਦਾ ਕੋਈ ਟਾਈਮ ਫਿਕਸ ਨਹੀਂ ਹੈਗਾ। ਤਾਂ ਤੇ ਪੰਜਵੇਂ ਪ੍ਰੀਤਮ ਜੀ ਕਹਿ ਰਹੇ ਹਨ, ਉਦਮ ਕਰ ਹਰ ਜਾਪਣਾ। ਹਰੀ ਦੇ ਜਪਣ ਵਾਸਤੇ ਵੀ ਉਦਮ ਕਰਨਾ ਪੈਣਾ। ਉਦਮ ਕਰੇਂਦੇ ਆ ਜੀਓ ਤੂੰ, ਕਮਾਉਂਦੇ ਆ ਸੁੱਖ ਪੁੰਚ। ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਤੂੰ ਨੌਕਰੀ ਤੇ ਨਾ ਜਾ, ਦਿਹਾੜੀ ਨਾ ਕਰ, ਮਿਹਨਤ ਨਾ ਕਰ। ਜਿਵੇਂ ਮਾਇਆ ਨੂੰ ਪੈਦਾ ਕਰਨ ਵਾਸਤੇ ਉਦਮ ਕਰਦਾ, ਇਵੇਂ ਨਾਮ ਜਪਣ ਵਾਸਤੇ ਵੀ ਉਦਮ ਕਰ। ਉਦਮ ਕਰੇਂਦੇ ਆ ਜੀਓ ਤੂੰ। ਕਈ ਵਾਰੀ ਦੇਖਦੇ ਆ, ਘੜੀ ਵੇਖੀ ਜਾਣਗੇ ਬਾਹਰ ਖੜੇ, ਹਜੇ ਟਾਈਮ ਨਹੀਂ ਹੋਇਆ, ਖੜ ਜਾ, ਹਜੇ ਕਿਹੜਾ ਅਰਦਾਸ ਹੋਣ ਲੱਗੀ ਆ, ਚੱਲ ਵੜਾਂਗੇ ਅੰਦਰ। ਕਹੋ ਸਤਨਾਮ ਸ੍ਰੀ। ਹਜੇ ਤਾਂ ਕੀਰਤਨ ਕਰੀ ਜਾਂਦੇ ਆ, ਹਜੇ ਤਾਂ ਕਥਾ ਹੋਈ ਜਾਂਦੀ ਹੈ ਯਾਰ, ਹਜੇ ਨਹੀਂ ਭੋਗ ਪੈਂਦਾ। ਕਈ ਭੋਗਾਂ ਤੇ ਆਪਾਂ ਜਾਂਦੇ ਆ ਨਾ, ਤੂੰ ਬਾਹਰ ਗਲੀਆਂ 'ਚ ਖੜੇ ਗੱਲਾਂ ਕਰੀ ਜਾਣਗੇ, ਅੰਦਰ ਨਹੀਂ ਆ ਕੇ ਬੈਠਣਾ। ਚੱਲ ਵੜਾਂਗੇ, ਹਜੇ ਕਿਹੜਾ ਅਰਦਾਸ ਹੋਣ ਲੱਗੀ ਆ। ਕਿਉਂ ਵੀ ਇਕੱਲਾ ਪ੍ਰਸ਼ਾਦ ਲੈ ਕੇ ਜਾਣਾ, ਤੇ ਜਾਂ ਫਿਰ ਜਿਸ ਪਰਿਵਾਰ ਦੇ ਘਰੇ ਸਮਾਗਮ ਤੇ ਗਿਆ ਉਹਨੂੰ ਵਿਖਾਉਣਾ ਵੀ ਤੁਹਾਡੇ ਆ ਗਏ। ਗੁਰੂ ਨਾਲ ਕੋਈ ਤਲਕ ਨਹੀਂ ਗਾ। ਪੁਰਾਣੇ ਸਮੇਂ ਤਾਂ ਬਜ਼ੁਰਗ ਕਹਿੰਦੇ, ਜਾ ਫਲਾਨਿਆਂ ਦੇ ਰੁਪਈਆ ਚੜਾ ਕੇ ਆਈ, ਉਹ ਆਪਣੇ ਆਇਆ ਸੀਗਾ। ਕਹੋ ਸਤਨਾਮ। ਬਸ ਇੰਨੀ ਗੱਲ। ਇਸ ਕੰਮ ਵਾਸਤੇ ਨਹੀਂ ਇਹ ਧਰਮ ਦੇ ਕਾਰਜ ਸਾਰੇ, ਕਥਾ ਕੀਰਤਨ ਵਗੈਰਾ, ਇੰਨੇ ਕੰਮ ਵਾਸਤੇ ਨਹੀਂ ਬਈ ਰੁਪਈਆ ਚੜਾਉਣ ਜਾਣਾ ਤੇ ਜਾਂ ਫਿਰ ਦੱਸਣ ਜਾਣਾ ਮੈਂ ਤੁਹਾਡੇ ਆ ਗਿਆ, ਤੁਸੀਂ ਸਾਡੇ ਆਏ ਸੀ, ਮੈਂ ਵਾਰੀ ਲਾਤੀ। ਕਹੋ ਸਤਨਾਮ, ਬੀੜੀ ਲਾਤੀ। ਮਨੁੱਖ ਨੇ ਸਮਝਿਆ ਨਹੀਂ ਇਸ ਗੱਲ ਨੂੰ। ਮੇਰੇ ਪ੍ਰੀਤਮ ਜੀ ਕਹਿੰਦੇ, ਉਦਮ ਕਰ ਹਰ ਜਾਪਣਾ, ਵੱਡ ਭਾਗੀ ਧਨ ਖਾਟ। ਉਹ ਵੱਡੇ ਭਾਗਾਂ ਵਾਲਿਆ, ਜਿਵੇਂ ਮਾਇਆ ਖੱਟਣ ਜਾਣਾ, ਐਵੇਂ ਜਪਣ ਵਾਲੇ ਪਾਸੇ ਵੀ ਤੁਰ ਪਾ। ਉਦਮ ਕਰੇਂਦੇ ਆ ਜੀਓ ਤੂੰ, ਕਮਾਉਂਦੇ ਆ ਸੁੱਖ ਪੁੰਚ। ਧਿਆਏ ਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਚ। ਦੋਨੇ ਕੰਮ ਪੈਰਲਲ ਚੱਲਣੇ ਚਾਹੀਦੇ ਆ, ਬਰਾਬਰ। ਦੋਨਾਂ ਚੀਜ਼ਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਕਿਰਤ ਵੀ ਕਰੋ ਤੇ ਨਾਮ ਵੀ ਜਪੋ। ਗੱਡੀ ਦੀਆਂ ਦੋਨੇ ਲੈਣਾ ਸਿੱਧੀਆਂ ਹੋਣ ਤੇ ਗੱਡੀ ਵਧੀਆ ਚੱਲਦੀ ਆ। ਕਹੋ ਸਤਨਾਮ ਸ੍ਰੀ। ਇੱਕ 'ਚ ਫਾਲਟ ਪੈ ਗਿਆ, ਦੂਜੀ ਖਰਾਬ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਈ 20 ਵਾਰੀ ਗੰਗਾ ਤੇ ਗਏ। ਰਸਤੇ ਦੇ ਵਿੱਚ ਇੱਕ ਧਰਮਸ਼ਾਲਾ ਬਣਾਈ ਆ ਇੱਕ ਬ੍ਰਾਹਮਣ ਨੇ, ਔਰ ਧਰਮਸ਼ਾਲਾ ਵਿੱਚ ਗੰਗਾ ਦੇ ਯਾਤਰੀ ਰੁਕਦੇ ਆ। ਕੋਈ ਦੁਪਹਿਰਾ ਕੱਟਦਾ, ਕੋਈ ਰਾਤ ਕੱਟਦਾ, ਕੋਈ ਜਲ ਪਾਣੀ ਉੱਥੇ ਛਕ ਕੇ ਜਾਂਦਾ, ਕੋਈ ਉੱਥੇ ਉਹਦੇ ਵਿੱਚ ਹਿੱਸਾ ਪਾ ਜਾਂਦਾ, ਚੂਣ ਭੂਣ ਰਾਸ਼ਨ ਦੇ ਵਿੱਚ, ਲੰਗਰ ਦੇ ਵਿੱਚ। ਗੁਰੂ ਅਮਰਦਾਸ ਜੀ ਵੀ ਉੱਥੇ ਰੁਕਦੇ, ਆਉਂਦੇ ਜਾਂਦੇ। ਤਾਂ ਇੱਕ ਵਾਰ ਸਤਿਗੁਰੂ ਅਮਰਦਾਸ ਜੀ ਮਾਰੇ ਉੱਥੇ ਰੁਕੇ ਤੇ ਲੰਬੇ ਪਏ ਨੇ ਪਲੰਘੇ ਤੇ, ਆਰਾਮ ਕਰ ਰਹੇ ਨੇ। ਉਹ ਜਿਹੜਾ ਮੁਖੀ ਸੀ ਨਾ ਬ੍ਰਾਹਮਣ ਉਸ ਧਰਮਸ਼ਾਲਾ ਦਾ, ਉਹ ਬੜਾ ਪੜ੍ਹਿਆ ਲਿਖਿਆ ਸੀਗਾ, ਵੇਦਾਂ ਦਾ ਬਖਤਾ ਸੀ।
ਕਿਤੇ ਘੁੰਮਦਿਆਂ ਹੋਇਆਂ ਉਹਦੀ ਨਜ਼ਰ ਸਤਿਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਥੱਲੇ ਤਲੀ ਤੇ ਪੈ ਗਈ, ਪੈਰ ਤੇ ਨਜ਼ਰ ਪੈ ਗਈ। ਉਹਨੇ ਕੋਈ ਚੀਜ਼ ਦੇਖੀ ਤੇ ਜਦੋਂ ਗੁਰੂ ਅਮਰਦਾਸ ਜੀ ਉੱਠੇ ਉਹ ਪੈਰੀ ਪੈ ਗਿਆ। ਗੁਰੂ ਅਮਰਦਾਸ ਜੀ ਕਹਿੰਦੇ ਕਿਵੇਂ ਪੰਡਤਾ ਅੱਜ ਪੈਰੀ ਪਈ ਜਾਂਦਾ ਤੂੰ? ਮਹਾਰਾਜ ਤੁਸੀਂ ਤਾਂ ਕੋਈ ਚੱਕਰਵਰਤੀ ਰਾਜੇ ਜਾਂ ਕੋਈ ਅਵਤਾਰ ਹੋਣੇ ਚਾਹੀਦੇ ਸੀਗੇ। ਕਿਉਂ, ਤੈਨੂੰ ਕੀ ਪਤਾ? ਕਹਿੰਦਾ ਤੁਹਾਡੇ ਪੈਰ ਵਿੱਚ ਇੱਕ ਪਦਮ ਦਾ ਨਿਸ਼ਾਨ ਹੈ, ਤੁਹਾਡੇ ਪੈਰ ਵਿੱਚ ਇੱਕ ਚੱਕਰ ਹੈ। ਮੈਂ ਸਾਡੇ ਵੇਦਾਂ ਗ੍ਰੰਥਾਂ 'ਚੋਂ ਪੜ੍ਹਿਆ ਜਿਹਦੇ ਪੈਰ ਵਿੱਚ ਇਹ ਪਦਮ ਦਾ ਨਿਸ਼ਾਨ ਹੋਵੇ ਨਾ, ਉਹ ਜ਼ਰੂਰ ਕੋਈ ਚੱਕਰਵਰਤੀ ਰਾਜਾ ਜਾਂ ਅਵਤਾਰੀ ਪੁਰਸ਼ ਹੁੰਦਾ। ਗੁਰੂ ਅਮਰਦਾਸ ਜੀ ਹੱਸ ਪਏ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਭਾਈ। ਕਹਿੰਦੇ ਨਹੀਂ ਮਹਾਰਾਜ, ਸਿਆਣਿਆਂ ਦੀਆਂ ਕਹਾਵਤਾਂ ਐਵੇਂ ਨਹੀਂ ਹੁੰਦੀਆਂ, ਜ਼ਰੂਰ ਇਹ ਗੱਲ ਕੋਈ ਹੈ। ਮੈਂ ਸੱਚ ਕਹਿਣਾ, ਤੁਸੀਂ ਆਪਣੇ ਇਸੇ ਜੀਵਨ ਵਿੱਚ ਕੋਈ ਨਾ ਕੋਈ ਘਟਨਾ ਐਸੀ ਘਟੇਗੀ ਕਿ ਤੁਸੀਂ ਅਵਤਾਰੀ ਪੁਰਸ਼ ਪ੍ਰਗਟ ਹੋਵੋਗੇ ਜਾਂ ਚੱਕਰਵਰਤੀ ਰਾਜਾ ਬਣੋਗੇ। ਕਹਿੰਦੇ ਚੱਲ ਦੇਖੀ ਜਾਊਗੀ ਜਦੋਂ ਕੋਈ ਹੋਊਗਾ। ਜਦੋਂ ਸਤਿਗੁਰੂ ਅਮਰਦਾਸ ਜੀ ਉੱਥੋਂ ਤੁਰਨ ਲੱਗੇ, ਕਹਿੰਦੇ ਲੈ ਵੀ ਪੰਡਤਾ ਕੁਝ ਹਿੱਸਾ ਪਾ ਲੈ, ਇਹਦੇ ਵਿੱਚ ਕੁਛ ਪਾਈਏ ਲੰਗਰ 'ਚ। ਉਹ ਪੰਡਤ ਕਹਿੰਦਾ ਅੱਜ ਨਹੀਂ ਲੈਂਦਾ ਗਾ, ਇਹ ਬਚਨ ਤੁਸੀਂ ਅੱਜ ਮੇਰਾ ਕੋਲੇ ਰੱਖ ਲਓ। ਜਦੋਂ ਤੁਸੀਂ ਕੋਈ ਅਵਤਾਰੀ ਪੁਰਸ਼ ਬਣ ਗਏ ਜਾਂ ਰਾਜੇ ਬਣ ਗਏ, ਮੈਂ ਉਦੋਂ ਮੂੰਹ ਮੰਗਿਆ ਨਾਮ ਲਊਂਗਾ। ਗੁਰੂ ਅਮਰਦਾਸ ਜੀ ਹੱਸ ਪਏ, ਕਹਿੰਦੇ ਚੱਲ ਠੀਕ ਆ। ਯਾਤਰਾ ਤੇ ਚਲੇ ਗਏ, ਗੰਗਾ ਵੱਲ ਮੁੜ ਕੇ ਵਾਪਸ ਆ ਗਏ। ਸਮਾਂ ਬਤੀਤ ਹੋਇਆ ਤੇ ਫਿਰ ਉਹਨਾਂ ਨੂੰ ਇੱਕ ਬ੍ਰਹਮਚਾਰੀ ਨੇ ਚੋਟ ਕੀਤੀ ਵੀ ਅਮਰਦਾਸ ਤੂੰ ਹਜੇ ਨਗੋਰਾ ਫਿਰਦਾ, ਗੁਰੂ ਵਾਲਾ ਨਹੀਂ ਬਣਿਆ, ਮੈਂ ਨਹੀਂ ਤੇਰੇ ਕੋਲ ਖੜਦਾ, ਹੁਣ ਤੇਰਾ ਪ੍ਰਸ਼ਾਦਾ ਵੀ ਨਹੀਂ ਖਾਂਦਾ। ਚਲਿਆ ਗਿਆ ਚੋਟ ਕਰਕੇ। ਫਿਰ ਉਹ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਚਲੇ ਗਏ। 12 ਸਾਲ ਉਹਨਾਂ ਦੇ ਕੋਲ ਉਹਨਾਂ ਨੇ ਪਾਣੀ ਢੋਇਆ, ਸੇਵਾ ਕੀਤੀ, ਸਿਮਰਨ ਕੀਤਾ। 12ਵੇਂ ਸਾਲ ਐਸੀ ਘਟਨਾ ਘਟੀ ਕਿ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਬਣਾ ਦਿੱਤਾ। ਤਾਂ ਇਦੋਂ ਪਹਿਲਾਂ ਇਹ 20 ਵਾਰੀ ਜਾ ਆਏ ਆ, ਹੁਣ 21ਵੀਂ ਵਾਰੀ ਫੇਰ ਗੰਗਾ ਨੂੰ ਚੱਲੇ ਨੇ ਇਹ। ਹੁਣ ਕਿਉਂ ਚੱਲੇ ਆ? ਪਹਿਲਾਂ ਜਾਂਦੇ ਸੀ ਇੱਕ ਯਾਤਰੀ ਬਣ ਕੇ, ਹੁਣ ਗਏ ਨੇ ਗੁਰੂ ਬਣ ਕੇ ਯਾਤਰੀਆਂ ਨੂੰ ਦੱਸਣ ਲਈ ਕਿ ਅਸਲੀ ਗੰਗਾ ਜਾਂ ਨਾਮ ਦੀ ਦਾਤ ਜਿਹੜੀ ਆ ਉਹ ਕਿਵੇਂ ਪ੍ਰਾਪਤ ਹੁੰਦੀ ਆ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਉਧਾਰ ਅਸਲ ਵਿੱਚ ਹੋਣਾ ਕਿਵੇਂ ਆ? ਤਾਂ ਉਹਨਾਂ ਨੇ ਸ਼ਬਦ ਵੀ ਉਚਾਰੇ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਖੁਦ ਨੂੰ ਪਤਾ ਲੱਗਿਆ ਫਿਰ ਪ੍ਰਚਾਰ ਕਰਨਾ ਸ਼ੁਰੂ ਕੀਤਾ, ਦੱਸਣਾ ਵੀ ਸ਼ੁਰੂ ਕੀਤਾ। ਹੁਣ ਜਦੋਂ ਉਹ 21ਵੀਂ ਵਾਰੀ ਗੰਗਾ ਨੂੰ ਜਾ ਰਹੇ ਨੇ ਦੁਬਾਰਾ ਹਰਿਦੁਆਰ ਵੱਲ, ਬਾਣੀ ਵਿੱਚ ਲਿਖਿਆ ਸਤਿਗੁਰੂ ਕੁਲ ਖੇਤ ਨਹਾਵਣ ਗਿਆ ਕੁਰਸ਼ੇਤਰ ਭਾਵ ਹਰਿਦੁਆਰ ਵੱਲ। ਤਾਂ ਉੱਥੋਂ ਦੇ ਬ੍ਰਾਹਮਣਾਂ ਨੇ ਪੰਡਤਾਂ ਨੇ ਸਤਿਗੁਰਾਂ ਨੂੰ ਆਪਣੇ ਵੇਦਾਂ ਗ੍ਰੰਥਾਂ ਦੇ ਅਰਥ ਪੁੱਛੇ ਵੀ ਦੱਸੋ ਜੀ ਫਿਰ ਸਾਡੇ ਵੇਦ ਕਹਿੰਦੇ ਕੀ ਹੈ। ਫਿਰ ਅਸਲੀ ਅਰਥ ਪਾਤਸ਼ਾਹ ਨੇ ਦੱਸੇ ਉਹਨਾਂ ਨੂੰ, ਬਾਣੀ ਦੇ ਵੇਦਾਂ ਦੇ ਗ੍ਰੰਥਾਂ ਨੇ। ਤਾਂ ਉਸ ਧਰਮਸ਼ਾਲਾ ਵਿੱਚ ਵੀ ਰੁਕੇ। ਜੋ ਧਰਮਸ਼ਾਲਾ ਦੇ ਕੋਲ ਪਹੁੰਚੇ ਤੇ ਬ੍ਰਾਹਮਣ ਨੇ ਦੇਖਿਆ ਵੀ ਇਹਦੇ ਨਾਲ ਇੰਨਾ ਇਕੱਠ ਕਿਵੇਂ। ਉਦੋਂ ਅਮਰਦਾਸ ਜੀ ਨਾਲ ਸੰਗਤ ਬਹੁਤ ਹੋ ਗਈ ਯਾਤਰਾ ਤੇ। ਇੱਕ ਧਾਰਮਿਕ ਬੰਦਿਆਂ ਨੂੰ ਟੈਕਸ ਨਹੀਂ ਲੱਗਦਾ। ਹਰਿਦੁਆਰ ਦੇ ਉੱਤੇ ਪਰਚੀ ਕੱਟੀ ਜਾਂਦੀ ਸੀ, ਟੈਕਸ ਲੱਗਦਾ ਸੀਗਾ ਹਰੇਕ ਬੰਦੇ ਨੂੰ ਜਿਹੜਾ ਉੱਥੇ ਯਾਤਰਾ ਕਰਨ ਜਾਂਦਾ ਸੀਗਾ। ਪਰ ਗੁਰੂ ਨੂੰ ਟੈਕਸ ਨਹੀਂ ਲੱਗਦਾ। ਤੇ ਬਹੁਤ ਸਾਰੇ ਲੋਕ ਇਸ ਕਰਕੇ ਨਾਲ ਜੁੜ ਗਏ ਵੀ ਯਾਰ ਆਪਾਂ ਵੀ ਯਾਤਰਾ ਕਰ ਆਵਾਂਗੇ, ਨਾਲੇ ਆਪਾਂ ਨੂੰ ਖਰਚਾ ਨਹੀਂ ਪੈਣਾ, ਟੈਕਸ ਨਹੀਂ ਲੱਗਣਾ। ਕਹੋ ਸਤਨਾਮ ਸ੍ਰੀ। ਹੁਣ ਜਦੋਂ ਇਹ ਇਕੱਠ ਜਿਹਾ ਵੇਖਿਆ ਉਹ ਧਰਮਸ਼ਾਲਾ ਵਾਲੇ ਬ੍ਰਾਹਮਣ ਨੇ, ਉਹ ਪੁੱਛਦਾ ਯਾਰ ਇੰਨਾ ਇਕੱਠ ਲੈ ਕੇ ਕੌਣ ਚੱਲ ਰਿਹਾ ਹੈ। ਕਿਸੇ ਨੂੰ ਪੁੱਛਿਆ, ਉਹਨੇ ਦੱਸਿਆ ਵੀ ਇਹ ਗੁਰੂ ਨਾਨਕ ਦੀ ਗੱਦੀ ਦਾ ਗੁਰੂ ਹੈ ਤੀਸਰਾ। ਕਹਿੰਦੇ ਕਿਹੜੇ ਇਹਨਾਂ ਚੋਂ? ਕਹਿੰਦੇ ਉਹ ਜਿਹੜੇ ਛੋਟੇ ਛੋਟੇ ਕੱਦ ਵਾਲੇ ਆ। ਗੁਰੂ ਪਾਤਸ਼ਾਹ ਦਾ ਕੱਦ ਥੋੜ੍ਹਾ ਘੱਟ ਸੀਗਾ ਅਮਰਦਾਸ ਜੀ ਦਾ। ਕਹਿੰਦੇ ਉਹ ਨਾ। ਕਹਿੰਦੇ ਅੱਛਾ। ਬ੍ਰਾਹਮਣ ਨੇ ਗੌਰ ਨਾਲ ਦੇਖਿਆ ਇਹ ਤਾਂ ਉਹੀ ਹੈ ਜਿਹੜੇ ਮੇਰੇ ਕੋਲ ਆਉਂਦੇ ਜਾਂਦੇ ਗੰਗਾ ਦੀ ਯਾਤਰਾ ਵੇਲੇ ਰੁਕਦੇ ਹੁੰਦੇ ਸੀਗੇ। ਪੰਡਿਤ ਕੋਲ ਚਲਿਆ ਗਿਆ।
महाराज पछाणिया? गुरु अमरदास जी कहते पछाण लिया। आओ फिर चरण पाओ, धर्मशाला चलो। कहते चलो। धर्मशाला च आ गए। प्रशादा पानी तैयार होया सारिਆਂ वास्ते। हुण पंडित कहन लगे महाराज कोई गल चेते आ? गुरु अमरदास जी कहते हाँ चेते आ, याद है। कहते मैं तुहानू कहा सीगा भी तुसी कोई अवतारी पुरुष निकलोगे, कोई गल बनूगी, चक्रवर्ती राजे बनोगे। तो वाकया वो घटना घट गई ना, साडे ग्रंथां विच लिखिया है, गल सही निकली। कहते चल फिर पंडिता उदण तो एक बचन किया सीगा भी जदों तुसी कुछ बनोगे मैं उदों मंगूंगा, तो मंग ला फिर की मंगना है। मैं गल करदा भी दोने चीज़ां पैरल चलनियां चाहिए, किरत भी करनी है तो नाम भी जपना है। मैं इस गल नूं क्लीयर करने वास्ते साखी ये चुकी आ। तां पंडित कहन लगे महाराज की मंगा? कहने मंग लै, दो चीज़ां साडे कोले, चाहे माया मंग लै चाहे नाम की दात मंग लै, एक मिल जूगा। पंडित सोचां च पै गया भी जे मैं बाबे ने कहता भी मैनू जी नाम की दात दे दिओ, घरे गरीबी आ, गरीबी किवें चक्की जाऊगी। जे मान लो इन्हां कोलों माया की दात मंग ली, माया मंग ली, तो फिर जिहड़ा दरगाह दे विच नाम की लोड़ पैनी है उत्थे माया नहीं जानी, फिर उधरों खाली रह जाएंगे। सो साच के वो पंडित कहन लगे महाराज की मंगा मैं? तुसी पहले कहता भी एक मिलूगा। कहने क्यों? एक चीज़ मिल जू, नाम मंग ला चाहे माया मंग ला। वो कहन लगे देखो महाराज मैं तुहाडा सिख बन जावां नाम लैके, तुहाडे कोलों नाम की दात मंग ला मैं, ठीक आ, दरगाह दे विच उधार करूगी। पर जे संसार च गरीबी रही तो फिर दुनिया की कहोगी भी यार सिख हो के कंगाल तुरिया फिरदा। कहो सतनाम श्री गुरु अमरदास दा सिख ते घरे कंगाली है। जे मैं तुहाडे कोलों माया मंग लवां, अमीर हो जा ते दरगाह दे विच जवां दे वस पै जा, फिर भी तुहाडे सिख बनन दा की फायदा महाराज? बड़ी चलाकी दे नाल जुगती दे नाल इहने मंगिया। कहने महाराज देख लो हुण लाज तो सोडे नाम नूं लगनी है, हुण सोडी मर्जी है, जो मर्जी दे दो। धन गुरु अमरदास जी कहने तैनूं दोने चीज़ां दे दिन्ने आ, माया भी आऊगी और नाम की दात भी दे दिन्ने आ, फिक्र ना कर। सो इस करके दोने चीज़ां पैरल चलनियां चाहिए। उद्यम करेंदे आ जियो तू, कमावंदे आ सुख पुंच, उद्यम करके कमाई करते आ, घरे सब कुछ सहूलतां पैदा करते आ, सुख पैदा करते आ। पर दूजा पासा भी नाल चले, ध्यान ध्यान तो प्रभु मिल, नानक उतरी चिंत। ध्याउंदियां होया परमेश्वर नूं भी मिलना है, आत्मक आनंद भी प्राप्त करना, चिंतावां भी दूर करनी है। इस करके प्रीतम जी कहते उद्यम कर हर जापना। फिर गुरु अमरदास जी उस पंडित नूं नाम की दात भी दे के अपना सिख बनाया और गुरु प्यारे हो माया की बख्शिश भी की। तो कहन तो भाव है कि मनुखा जीवन साडा संपूर्ण हो जाए। ये नहीं हैगा कि जिवें बेलड़ जंगलों में तुरे फिरदे असीं उदां दे बन जाइए, वो भी ठीक नहीं है। मंगमा खाना भी ठीक नहीं है। मंगना मंगण नीका हर जस गुरते मंगना, किरत करके पैदा करना चाहिए। मंगना भी ठीक नहीं, तो केवल माया ते माया ते माया ते माया ते हो जाइए तो परमेश्वर नाल ना जुड़िए, ये भी गल ठीक नहीं। धर्मी भी होना चाहिए बंदे नूं, नाम भी जपना चाहिए, क्योंकि मनुखा जीवन जिहड़ा मिलिया है परमेश्वर दे मिलण वास्ते। संसार दे विच रहन वास्ते माया की भी लोड़ है, किरत करन दी लोड़ है। उस तरह माया की लोड़ नहीं जिवें आ मंत्री संतरी जिहड़े आ खजाने भरी बैठे, जनता दुखी होई जाती है। ये गलत आ। कारू नूं पातशाह ने यही ज्ञान दिता सीगा भी तेरी जनता भुखे मरी जाती है, तेरे किसान भुखे मरी जाते हैं, तो तू सारी माया 45 गंज जोड़ के आपदे घरे रख के बैठ गया ते राज किते करदा तू माया ते। जनता तेरी दूजे देशों तुरी जाती है भुखी मरदी, जिवें अज हिंदुस्तान के जवान
ਸਾਰੇ ਸੂਬਿਆਂ ਦੇ ਲਗਭਗ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ। ਕਿਉਂ? ਭੁੱਖੇ ਮਰਦੇ ਆ। ਦੁਖੀ ਹੋਈ ਜਨਤਾ ਮਰੀ ਜਾਂਦੀ ਆ ਤੇ ਤੂੰ ਰਾਜ ਕਿਤੇ ਕਰਦਾ ਹੈ? ਇਹ ਕਾਰੂ ਦੀ ਹਾਲਤ ਸੀ ਉਸ ਵੇਲੇ ਜਦੋਂ ਬਾਬਾ ਨਾਨਕ ਜੀ ਉਹਦੇ ਕੋਲ ਪਹੁੰਚੇ ਸਨ। ਮਾਇਆ ਤੇ ਰਾਜ ਨਹੀਂ ਕੀਤਾ ਜਾਂਦਾ, ਰਾਜ ਜਨਤਾ ਦੇ ਦਿਲ ਤੇ ਕੀਤਾ ਜਾਂਦਾ ਹੈ। ਸਵਾਦ ਤਾਂ ਹੈ, ਪਹਿਲਾਂ ਤੇਰਾ ਵੱਡਾ ਮਰ ਗਿਆ 40 ਗੰਜ ਜੋੜ ਕੇ, ਹੁਣ ਤੂੰ ਮਰ ਜਾਏਗਾ 45 ਗੰਜ ਤੂੰ ਜੋੜ ਕੇ ਰੱਖਤਾ। ਉਦੋਂ ਧਰਤੀ 'ਚ ਨੱਪਦੇ ਸੀ ਸੋਨਾ ਚਾਂਦੀ ਇਕੱਠਾ ਕਰਕੇ, ਅੱਜ ਕੱਲ੍ਹ ਬੈਂਕ ਬਣੇ ਹੋਏ ਆ। ਇਹ ਧਰਤੀ 'ਚ ਨੱਪੀ ਰਹਿ ਜੂਗੀ, ਤੂੰ ਮਰ ਜਾਏਗਾ, ਜਨਤਾ ਭੁੱਖੀ ਮਰ ਜੂਗੀ। ਫਿਰ ਉਹਨੂੰ ਸਮਝ ਆਈ ਵੀ ਵਾਕਿਆ ਸੰਸਾਰ ਦੇ ਵਿੱਚ ਜਿਹੜਾ ਪ੍ਰੇਮ ਹੈ ਉਹ ਹੀ ਸਭ ਤੋਂ ਵੱਡਾ ਰਾਜ ਹੈ। ਫਿਰ ਕਹਿੰਦਾ ਜੀ ਹੁਣ ਕੀ ਕਰਾਂ, ਤੇਰੇ ਨਾਲ ਮਾਇਆ ਜਾਣੀ ਨਹੀਂ, ਫਿਰ ਕੀ ਜਾਊਗਾ? ਅਸੀਸਾਂ ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਹਿਬ ਸੁਮੇਲ। ਇਹ ਜਨਤਾ ਨੂੰ ਸੁੱਖ ਦੇ, ਤੈਨੂੰ ਰਾਜਾ ਬਣਾਇਆ ਪਰਮੇਸ਼ਰ ਨੇ, ਡਿਊਟੀ ਲਾਈ ਹੈ, ਤੂੰ ਆਪਣੀ ਜਨਤਾ ਨੂੰ ਸੁੱਖ ਦੇ। ਜਨਤਾ ਖੁਸ਼ ਹੋਵੇਗੀ, ਜਨਤਾ ਦੇ ਆਤਮਾ ਚੋਂ ਨਿਕਲੀਆਂ ਅਸੀਸਾਂ ਤੇਰਾ ਭਲਾ ਕਰ ਸਕਦੀਆਂ, ਵਰਨਾ ਫਿਰ ਗਾਹਾਂ ਵੀ ਬਹੁਤ ਭੈੜੀ ਹਾਲਤ ਹੋਣੀ ਹੈ। ਜਦੋਂ ਸਰੂਪ ਦਿਖਾਇਆ ਕਾਰੂ ਨੂੰ, ਫਿਰ ਉੱਥੇ ਇੱਕ ਸ਼ਬਦ ਉਚਾਰਿਆ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਜੋ ਦੀਸੈ ਜਿਮੀ ਪਰ ਸੋ ਹੋਸੀ ਫਨਾਏ। ਇਹ ਸਭ ਕੁਝ ਖਤਮ ਹੋਣ ਵਾਲਾ, ਇਹਨੂੰ ਵੰਡ ਕੇ ਖਾਓ। ਉਦਮ ਕਰ ਹਰ ਜਾਪਣਾ, ਬੜ ਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਵੱਡੇ ਭਾਗਾਂ ਵਾਲਿਓ, ਉਦਮ ਕਰਕੇ ਨਾਮ ਵੀ ਜਪੋ, ਉਦਮ ਕਰਕੇ ਕਿਰਤ ਵੀ ਕਰੋ। ਅਸੀਂ ਵਿਹਲੜ ਨਹੀਂ ਆ, ਆਲਸੀ ਨਹੀਂ ਆ। ਬਾਬੇ ਨਾਨਕ ਨੇ ਸਾਨੂੰ ਦੋਨਾਂ ਪੱਖਾਂ ਤੋਂ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਆ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਉਹ ਕਾਰੂ ਨੇ ਫਿਰ ਆਪਣੇ ਸਾਰੇ ਖਜ਼ਾਨੇ ਖੋਲ੍ਹ ਦਿੱਤੇ, ਜਨਤਾ ਨੂੰ ਵੰਡਣੇ ਸ਼ੁਰੂ ਕਰ ਦਿੱਤੀ ਮਾਇਆ ਸਾਰੀ। ਫਿਰ ਜਨਤਾ ਸੁਖੀ ਹੋਈ ਉਹਦੇ ਦੇਸ਼ ਦੀ। ਉਹ ਹਾਲ ਅੱਜ ਹਿੰਦੁਸਤਾਨ ਦੇ ਰਾਜਿਆਂ ਦਾ ਵੀ ਹੋ ਰਿਹਾ ਹੈ ਕਿ ਆਪਣੇ ਘਰ ਭਰਨ ਤੇ ਲੱਗੇ ਹੋਏ ਆ, ਜਨਤਾ ਦੁਖੀ ਹੋ ਰਹੀ ਹੈ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਆਓ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰੀਏ, ਹਰੀ ਦਾ ਸਿਮਰਨ ਕਰਕੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਮਾੜੇ ਕਰਮਾਂ ਦਾ ਖਾਤਮਾ ਕਰੀਏ। ਮਨ ਮੇਰੇ RAM ਨਾਮ ਜਪ ਜਾਪ, ਤਾਂ ਤੇ ਮੇਰੇ ਮਨ ਆ ਹਰੀ ਦੇ ਪਰਮੇਸ਼ਰ ਦੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ, ਕਿਉਂਕਿ ਨਾਮ ਦੇ ਵਿੱਚੋਂ ਹੀ ਸਭ ਕੁਝ ਨਿਕਲਣਾ, ਕੰਮ ਵੀ ਨਾਮ ਨਾਲ ਹੀ ਚੱਲਣੇ ਆ। ਕਈ ਵਾਰੀ ਇੱਕ ਮੇਰੇ ਸਾਖੀ ਫਿਰ ਯਾਦ ਆਈ ਚੌਥੇ ਪਾਤਸ਼ਾਹ ਜੀ ਦੀ। ਜਦੋਂ ਚੌਥੇ ਪਾਤਸ਼ਾਹ ਜੀ ਨੇ, ਗੁਰੂ ਪਿਆਰਿਓ, ਹਰਿਮੰਦਰ ਸਾਹਿਬ ਦੀ ਰਚਨਾ ਤੋਂ ਪਹਿਲਾਂ ਸਰੋਵਰ ਦੀ ਰਚਨਾ ਹੋਈ, ਫਿਰ ਹੋਰ ਰਚਨਾ ਹੋਈ, ਨਗਰ ਵਸ ਗਿਆ, ਸ਼ਹਿਰ ਵਸ ਗਿਆ, ਔਰ ਸਿੱਖਾਂ ਦੇ ਬੱਚਿਆਂ ਨੂੰ ਦੁਕਾਨਾਂ ਪਵਾ ਦਿੱਤੀਆਂ ਸ਼ਹਿਰ ਦੇ ਵਿੱਚ, ਜਿਵੇਂ ਗੁਰੂ ਬਾਜ਼ਾਰ, ਡੱਬੀ ਬਾਜ਼ਾਰ, ਅਨੇਕਾਂ ਬਾਜ਼ਾਰ ਬਣਾਏ ਨੇ। ਇਹ ਚੌਥੇ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ ਸੀਗਾ। ਹਰਿਮੰਦਰ ਸਾਹਿਬ ਤਾਂ ਪੰਜਵੇਂ ਪਾਤਸ਼ਾਹ ਨੇ ਜਾ ਕੇ ਤਿਆਰ ਕੀਤਾ। ਅੱਗੇ ਜਾ ਕੇ ਕੱਚਾ ਸਰੋਵਰ ਤਿਆਰ ਹੋ ਗਿਆ ਸੀਗਾ, ਜਿਸ ਨੂੰ ਰਜਨੀ ਦੀ ਛਪੜੀ ਕਹਿੰਦੇ ਸੀ। ਕੋ ਸਤਨਾਮ ਸ੍ਰੀ। ਉਸ ਤੋਂ ਬਾਅਦ ਉਸ ਇਲਾਕੇ ਦਾ ਨਾਮ ਚੱਕ ਗੁਰੂ ਕਾ ਰੱਖਿਆ ਗਿਆ, ਫਿਰ ਚੱਕ ਗੁਰੂ ਰਾਮਦਾਸ ਰੱਖਿਆ ਗਿਆ, ਫਿਰ ਅੰਮ੍ਰਿਤ ਸਰੋਵਰ ਪ੍ਰਗਟ ਹੋਇਆ, ਫਿਰ ਉਸ ਤੋਂ ਬਾਅਦ ਗੁਰੂ ਪਿਆਰਿਓ ਉਹ ਅੰਮ੍ਰਿਤਸਰ ਹੋ ਗਿਆ। ਕੋ ਸਤਨਾਮ ਸ੍ਰੀ। ਤੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਉੱਥੇ ਬੈਠ ਕੇ ਸੰਗਤਾਂ ਨੂੰ ਤਾਰਨ ਲੱਗੇ, ਦੁਕਾਨਾਂ ਪਾਤੀਆਂ ਦੁਕਾਨਦਾਰਾਂ ਦੀਆਂ, ਸਿੱਖਾਂ ਦੇ ਬੱਚਿਆਂ ਨੂੰ ਰੱਖ ਲਿਆ। ਜਦੋਂ ਕੋਈ ਸਿੱਖਾਂ ਨੇ ਮੱਥਾ ਟੇਕਣ ਆਉਣਾ, ਮਿਲਣ ਆਉਣਾ, ਪਾਤਸ਼ਾਹ ਨੇ ਪੁੱਛਣਾ ਤੇਰੇ ਬੱਚੇ ਕਿੰਨੇ ਆ ਭਾਈ? ਜੀ ਸਾਡੇ 4 ਪੁੱਤਰ ਆ। ਅੱਛਾ, ਕੀ ਕੰਮ ਕਰਦੇ ਹੋ? ਜੀ ਕੰਮ ਸਾਡਾ ਲੋਹਾਰ ਦਾ ਹੈ। ਚੰਗਾ ਐਂ ਕਰ, 2 ਬੱਚੇ ਇੱਥੇ ਭੇਜ ਦੇ, ਉਹਨਾਂ ਨੂੰ ਇੱਥੇ ਲੋਹੇ ਦੀਆਂ ਦੁਕਾਨਾਂ ਪਵਾ ਦਿਆਂਗੇ। ਸੁਨਿਆਰਿਆਂ ਦੀਆਂ ਪਵਾਤੀਆਂ, ਮਿਸਤਰੀਆਂ ਦੀਆਂ ਪਵਾਤੀਆਂ, ਤਖਾਣਾਂ ਦੀਆਂ ਪਵਾਤੀਆਂ, ਪਰਚੂਨ ਦੀਆਂ ਪਵਾਤੀਆਂ। ਇਹ ਸਿੱਖਾਂ ਦੇ ਬੱਚਿਆਂ ਨੂੰ ਉੱਥੇ ਰੱਖ ਕੇ ਨਾਲੇ ਨਗਰ ਵਸ ਗਿਆ, ਨਾਲੇ ਬਾਜ਼ਾਰ ਬਣਨਾ ਸ਼ੁਰੂ ਹੋ ਗਿਆ। ਹੁਣ ਬਾਜ਼ਾਰਾਂ ਵਾਲੇ ਬਾਜ਼ਾਰ 'ਚ ਤਾਂ ਆ ਕੇ ਬੈਠਣ ਲੱਗੇ, ਤੜਕੇ ਬਹਿ ਜਾ ਕਰਨ, ਹੱਥ ਨੇ ਵਗ ਜਾ ਕਰਨ, ਕੰਮ ਕੋਈ ਚੱਲੇ ਨਾ, ਸੌਦਾ ਕੋਈ ਆਵੇ ਨਾ, ਦੁਕਾਨਦਾਰ ਤੇ ਗਾਹਕ ਕੋਈ ਪਵੇ ਨਾ। ਇੱਕ ਦਿਨ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਆਏ। ਮਹਾਰਾਜ
ਤੁਸੀਂ ਕਿਰਪਾ ਕੀਤੀ, ਦੁਕਾਨਾਂ ਵੀ ਪਵਾਤੀਆਂ, ਸਾਨੂੰ ਰਹਿਣ ਨੂੰ ਮਕਾਨਾਂ ਜੋਗੀ ਜਗ੍ਹਾ ਵੀ ਦੇਤੀ, ਪਲਾਟ ਕੱਟ ਕੇ ਦੇਤੇ ਘਰ ਪਾਉਣ ਨੂੰ। ਤਾਂ ਇਸ ਤਰ੍ਹਾਂ ਪਰ ਉਹ ਖਾਈਏ ਕੀ, ਗਾਹਕ ਤਾਂ ਕੋਈ ਆਉਂਦਾ ਨਹੀਂ ਗਾ। ਅਕਸਰ ਹੋਰ ਵੱਡੇ ਕਾਰਜ ਵੀ ਕਰਨੇ ਆ, ਕੱਲ੍ਹ ਨੂੰ ਬੱਚੇ ਵੱਡੇ ਹੋਣਗੇ, ਉਹਨਾਂ ਦੇ ਵਿਆਹ ਵੀ ਕਰਨੇ ਆ, ਅਤੇ ਪੈਸਾ ਕੋਈ ਆਉਂਦਾ ਨਹੀਂ, ਗਾਹਕ ਕੋਈ ਆਉਂਦਾ ਨਹੀਂ। ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੁਹਾਡਾ ਨਿਤਨੇਮ ਕੀ ਆ, ਪੈਸਾ ਕਿਵੇਂ ਆਊਗਾ? ਉਦਮ ਕਰ ਹਰ ਜਾਪਣਾ, ਬੜ ਭਾਗੀ ਧਨ ਖਾਟ, ਮਨ ਇੱਛੇ ਫਲ ਭੁੰਚ ਤੂੰ, ਸਭ ਚੁੱਕੈ ਸੋਗ ਸੰਤਾਪ। ਸੋਗ ਕਦੋਂ ਹੈ? ਜਦੋਂ ਘਰੇ ਗਰੀਬੀ, ਉਦੋਂ ਸੋਗ ਆ। ਤਾਂ ਉਹ ਜਾ ਸਾਰੇ ਦੁਕਾਨਦਾਰ ਆ ਕੇ ਕਹਿੰਦੇ ਜੀ ਹੁਣ ਦੱਸੋ ਕੀ ਕਰੀਏ? ਗਾਹਕ ਤਾਂ ਕੋਈ ਪੈਂਦਾ ਨਹੀਂ ਸਾਡੇ ਕੋਲ। ਕਹਿੰਦੇ ਨਿਤਨੇਮ ਕੀ ਹੈ? ਨਿਤਨੇਮ ਕੀ? ਤੜਕੇ 9 ਵਜੇ ਜਾ ਕੇ ਦੁਕਾਨ 'ਤੇ ਬਹਿ ਜਾਂਦੇ ਆ ਮਹਾਰਾਜ, ਤੇ ਆਥਣ ਤੱਕ ਬੈਠੇ ਰਹਿੰਦੇ ਆ। ਕਹਿੰਦੇ ਇਹ ਨਿਤਨੇਮ ਨਹੀਂ ਹੁੰਦਾ। ਨਿਤਨੇਮ ਹੁੰਦਾ ਪਹਿਲਾਂ ਪਰਮੇਸ਼ਰ ਨੂੰ ਯਾਦ ਕਰਨਾ। ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸਤ ਸਾਖੀ ਹੈ। ਕਹਿੰਦੇ ਜੀ ਫਿਰ ਕੀ ਕਰੀਏ? ਕਹਿੰਦੇ ਨੇਮ ਬਣਾਓ, ਤੜਕੇ ਉੱਠ ਕੇ ਪਹਿਲਾਂ ਇੱਥੇ ਆਓ, ਦਰਬਾਰ ਸਾਹਿਬ ਗੁਰੂ ਘਰ ਆਓ। ਉਦੋਂ ਉਸ ਦਾ ਨਾਮ ਹਰਮੰਦਰ ਨਹੀਂ ਸੀ ਰੱਖਿਆ, ਚਾਹ ਗੁਰੂ ਘਰ ਰੱਖਿਆ ਸੀਗਾ। ਗੁਰੂ ਘਰ ਬਣਾਤਾ ਸੀਗਾ। ਸੰਗਤਾਂ ਗੁਰੂ ਰਾਮਦਾਸ ਜੀ ਕੋਲ ਆਉਣ ਲੱਗ ਗਈਆਂ ਸੀ। ਸੰਗਤਾਂ ਨੂੰ ਕਹਿਣ ਲੱਗੇ, ਦੁਕਾਨਦਾਰਾਂ ਨੂੰ ਕਹਿੰਦੇ ਦੁਕਾਨ ਦਾ ਟਾਈਮ ਬੰਨੋ ਵੀ ਦੁਕਾਨ ਖੋਲ੍ਹਣੀ ਹੈ 10 ਵਜੇ ਜਾਂ 9 ਵਜੇ। ਉਸ ਤੋਂ ਪਹਿਲਾਂ ਤੜਕੇ ਅੰਮ੍ਰਿਤ ਵੇਲੇ ਉੱਠੋ, ਇੱਥੇ ਆ ਕੇ ਇਸ਼ਨਾਨ ਕਰੋ, ਇੱਥੇ ਸੇਵਾ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਨਿਤਨੇਮ ਕਰੋ, ਫਿਰ ਘਰੇ ਜਾਓ। ਘਰ ਜਾ ਕੇ ਫਿਰ ਜਲ ਪਾਣੀ ਛਕ ਕੇ ਦੁਕਾਨ 'ਤੇ ਜਾਓ। ਦੁਕਾਨ ਦਾ ਟਾਈਮ ਫਿਕਸ ਕਰੋ ਅਤੇ ਗੁਰੂ ਘਰ ਆਉਣ ਦਾ ਵੀ ਫਿਕਸ ਕਰੋ। ਜਿਵੇਂ ਅੱਜ ਵੀ ਹਰਿਮੰਦਰ ਸਾਹਿਬ ਇਹ ਰੀਤ ਚੱਲ ਰਹੀ ਹੈ। ਤੜਕੇ ਰਾਤ ਦੇ 12 ਵਜੇ ਤੋਂ ਬਾਅਦ ਚੱਲ ਪੈਂਦੀ ਹੈ ਸੰਗਤ। ਸੰਗਤਾਂ ਦੇ ਜਥੇ ਬਣੇ ਹੋਏ ਆ। ਕੋਈ ਰਾਤ ਦੇ 12 ਵਜੇ ਆ ਜਾਂਦੇ, 1 ਵਜੇ ਆ ਜਾਂਦੇ ਆ। ਹਰਿਮੰਦਰ ਸਾਹਿਬ ਦੀ ਧਵਾਈ ਹੁੰਦੀ ਹੈ ਅੰਦਰੋਂ ਸਾਰੀ। ਫਿਰ ਅਗਲਾ ਜਥਾ ਆਉਂਦਾ, ਪ੍ਰਕਾਸ਼ ਵੇਲੇ ਆਉਂਦੇ ਨੇ। ਫਿਰ ਅਗਲਾ ਜਥਾ ਆਉਂਦਾ, ਉਹ ਪ੍ਰਕਰਮਾਂ ਦੀ ਧਵਾਈ ਕਰਦੇ ਆ। ਫਿਰ ਜਥਾ ਆਉਂਦਾ, ਮਹਾਰਾਜ ਜੀ ਜਾਂਦੇ ਨੇ, ਉਹਨਾਂ ਦੇ ਨਾਲ ਸੰਗਤ ਜਾਂਦੀ ਹੈ। ਅੱਜ ਵੀ ਅੰਮ੍ਰਿਤਸਰ 'ਚੋਂ ਰੀਤ ਚੱਲੀ ਹੋਈ ਹੈ, ਜਿਹੜੀ ਚੌਥੇ ਪਾਤਸ਼ਾਹ ਨੇ ਤਿਆਰ ਕੀਤੀ ਸੀ ਵੀ ਤੜਕੇ ਉੱਠ ਕੇ ਪਹਿਲਾਂ ਗੁਰੂ ਘਰ ਆਓ। ਇਹ ਨਹੀਂ ਤੜਕੇ ਉੱਠਣ ਸਾਰੀ ਪਹਿਲਾਂ ਜਾਓ ਅਤੇ ਦੁਕਾਨ ਖੋਲ੍ਹ ਦਿਓ। ਆ ਕਈ ਤਾਂ ਬਾਣੀਏ ਇਸ ਤਰ੍ਹਾਂ ਕਰਦੇ ਆ ਦੁਕਾਨਦਾਰ। ਉਹ ਕਹਿੰਦੇ ਯਾਰ ਨਹਾਵਾਂਗੇ, ਫਿਰ ਪਹਿਲਾਂ ਆਇਆ ਕਰੋ ਦੁਕਾਨ 'ਤੇ ਝਾੜੂ ਮਾਰਿਆ, ਰੇਤਾ ਪੈ ਜੂਗਾ ਉੱਤੇ, ਕਹੋ ਸਤਿਨਾਮ ਸ੍ਰੀ। ਜਦੋਂ ਕਿ ਦੁਕਾਨ ਵੀ ਇੱਕ ਮੰਦਰ ਹੈ, ਗੁਰਦੁਆਰਾ ਹੈ, ਧਾਰਮਿਕ ਸਥਾਨ ਹੈ, ਜਿੱਥੋਂ ਰੋਜੀ ਮਿਲਣੀ ਆ। ਉੱਥੇ ਅਸੀਂ ਬਿਨਾਂ ਨਹਾਤੇ ਧੋਤੀ ਵਗ ਜਾਂਦੇ ਹਾਂ, ਕੋਈ ਸਤਿਨਾਮ ਸ੍ਰੀ। ਉਹ ਕਹਿੰਦੇ ਯਾਰ ਪਹਿਲਾਂ ਝਾੜੂ ਮਾਰਿਓ, ਫਿਰ ਰੇਤਾ ਪਏ, ਫਿਰ ਨਹਾ ਕੇ ਚੱਲਾਂਗੇ। ਨਹੀਂ, ਮਹਾਰਾਜ ਦਾ ਸਿਸਟਮ ਬਣਾਇਆ ਹੋਇਆ ਕੋਈ ਹਰ ਚੀਜ਼ ਦਾ। ਤਾਂ ਉਹ ਦੁਕਾਨਦਾਰ ਫਿਰ ਤੜਕੇ ਇਸ਼ਨਾਨ ਕਰਕੇ ਗੁਰੂ ਘਰ ਆਉਣ ਲੱਗੇ। ਉੱਥੇ ਗੁਰੂ ਪਾਤਸ਼ਾਹ ਦੱਸੇ ਮੁਤਾਬਕ ਸੇਵਾ ਸਿਮਰਨ ਭਜਨ ਨਿਤਨੇਮ ਆਦਿ ਕਰਨ ਲੱਗੇ। ਫਿਰ ਸਹੀ ਟਾਈਮ 'ਤੇ 9 ਵਜੇ 9:30। ਅੱਜ ਵੀ ਬਾਜ਼ਾਰ ਜਿਹੜਾ ਅੰਮ੍ਰਿਤਸਰ 10 ਵਜੇ ਖੁੱਲ੍ਹਦਾ ਪੂਰਾ, ਕੋਈ ਸਤਿਨਾਮ ਸ੍ਰੀ। ਫਿਰ ਉਹ ਟਾਈਮ ਫਿਕਸ ਕੀਤੇ ਦੁਕਾਨਾਂ ਦੇ, ਫਿਰ ਦੁਕਾਨ 'ਤੇ ਜਾਣ ਲੱਗੇ, ਫਿਰ ਉਹਨਾਂ ਦੇ ਕੰਮ ਚੱਲੇ। ਇਸ ਕਰਕੇ ਜਿੱਥੇ ਸਾਨੂੰ ਮਾਇਆ ਦੀ ਲੋੜ ਹੈ, ਉੱਥੇ ਧਰਮ ਦੀ ਵੀ ਲੋੜ ਹੈ। ਮਨ ਇੱਛੇ ਫਲ ਪਹੁੰਚ ਤੋਂ, ਸਭ ਚੁੱਕੈ ਸੋਗ ਸੰਤਾਪ। ਪਰ ਸ਼ਰਤ ਹੈ ਉਦਮ ਕਰਕੇ ਪਹਿਲਾਂ ਸਿਮਰਨ ਕਰਿਆ ਕਰ। ਰਹਾਉ ਜਿਸ ਕਾਰਨ ਤਨ ਧਾਰਿਆ, ਜਿਸ ਕੰਮ ਲਈ ਮਨੁੱਖਾ ਜੀਵਨ ਮਿਲਿਆ, ਉਹ ਕੰਮ ਵੀ ਕਰਿਆ ਕਰ। ਸੋ ਪ੍ਰਭ ਡਿੱਠਾ ਨਾਲ, ਉਹ ਮਾਲਕ ਤੈਨੂੰ ਤੇਰੇ ਕੋਲੋਂ ਹੀ ਮਿਲ ਜਾਵੇਗਾ, ਜਿਸ ਦੇ ਵਾਸਤੇ ਤੂੰ ਮਨੁੱਖਾ ਜੀਵਨ ਧਾਰਨ ਕੀਤਾ ਹੈ। ਜਲ ਥਲ ਮਹੀਅਲ ਪੂਰਿਆ, ਉਹ ਤਾਂ ਹਰ ਥਾਂ 'ਤੇ ਵਸਦਾ ਹੈ। ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਆਕਾਸ਼ਾਂ ਵਿੱਚ ਵੀ, ਧਰਤੀ ਉੱਤੇ ਵੀ। ਜਲ ਥਲ ਮਹੀਅਲ ਪੂਰਿਆ, ਆਪਣੀ ਪ੍ਰਭ ਆਪਣੀ ਨਜ਼ਰ ਨਿਹਾਲ ਤੋਂ ਦੇਖਣਾ ਤਾਂ ਕਰ, ਤੈਨੂੰ ਹਰ ਥਾਂ 'ਤੇ ਦਿਖਾਈ ਦੇਵੇਗਾ। ਪਰ ਸ਼ਰਤ ਹੈ ਪਹਿਲਾਂ ਤੜਕੇ ਉੱਠ ਕੇ ਸਿਮਰਨ ਕਰਿਆ ਕਰ, ਕਹੋ ਉਦਮ ਕਰਿਆ ਕਰ। ਆਪਣੀ ਨਜ਼ਰ ਨਿਹਾਲ, ਮਨ ਤਾਂ ਨਿਰਮਲ ਹੋਇਆ, ਲਾਗੀ ਸੀਚ ਸਾਚ ਪ੍ਰੀਤ। ਜਦੋਂ ਸਿੱਖਾਂ ਨੇ ਗੁਰੂ ਦੀ ਗੱਲ ਮੰਨ ਲਈ, ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ, ਮੈਂ ਸਿੱਖ ਕਹਿ ਦਿਆਂ, ਸ੍ਰਿਸ਼ਟੀ ਦੇ ਲੋਕਾਂ ਨੇ, ਸੰਸਾਰ ਦੇ ਲੋਕਾਂ ਨੇ,
जिन्हां ने गुरु की गल मननी शुरू की, उन्हां दा मन ते तन नाम जप जप के पवित्र हो गया। लागी साच प्रीत, परमेश्वर नाल प्यार पै गया, सच नाल प्यार पै गया। चरण भजे पार ब्रह्म के, परमेश्वर के चरणों नाल जुड़न लगे। सब जप तप तिन ही कीत, तां उन्हां दे जप तप, उन्हां दा सिमरन भजन बंदगी सब पूर्ण हो गई, प्रवान हो गई। रत्न जवाय हर मानिका, अमृत हर का नाओ। उन्हां नूं फिर गुरु दे कोलों नाम रूपी हीरा मिल गया। परमेश्वर दा नाम रूपी मानक हीरा मोती गुरु दे कोलों मिल गया। ते जिमें जिमें उस हीरे नाल जुड़दे है, जिमें अमीर बंदा अपना खजाना वेख के खुश हुंदा है ना, बल्ले बल्ले पेटी सोने की भरी पई आ, हीरे जवाहरातां दी भरी पई आ। पर नाम जपण वालियां दा खजाना परमेश्वर दा नाम हुंदा है। कहो सतनाम श्री। जिस तरह लाल बेचण वास्ते मरदाने नूं भेजिया ते खीर ते कहंदे ये लाल कोई पत्थर नहीं हैगा, ये परमेश्वर दा नाम है, बेचना है। कहना जी मैं नहीं बेचदा। फिर कहो सतनाम श्री। इस करके जिन्हां नूं ये परमेश्वर दा नाम रूपी हीरा मिल गया, उन्हां दे घर विच प्रकाश हो गया। मायाधारी माया दा प्रकाश समझदा है, पर नाम जपण वाला गुरमुख नाम दा प्रकाश समझदा है। कहो सतनाम श्री। उन्हां दे हिरदे रूपी घर दे विच नाम दा प्रकाश हो गया। सुख सहज आनंद रस, नानक हर गुण गाओ। उन्हां दे घरे सुख पैदा हो गए, सहज अवस्था आ गई, आनंद बन गया, रस बन गया। हरि दे नाम नूं जप जप के फिर सिख कहने महाराज कोई टाइम पक्का दस दो कदों जपना है। फिर अगले शब्द विच कहंदे सोई सासत सौन सोए, जित जपिया हर नाम। नाम जपन का कोई टाइम चंगा माड़ा नहीं, नाम जप के माड़ा टाइम चंगा हो जाना है। ये अगले शब्द विचार कहने मेरे प्रीतम, ये विचार आप कल के दीवाना विच सरवण करांगे। बोलदे अनेक अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। आओ उद्यम कर हर जापना, बड़भागी धन खाट। संत संग हर सिमरना, मल जन्म जन्म की काट। ये काम जरूर करिए, गुरु कृपा करन। बोलदे अनेका अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। मिलो फतेह पाओ फतेह। वाहिगुरु जी का खालसा, वाहिगुरु जी। रामकली महला तीजा। आनंद